मैं सुरिंदर सिंह हाँ जी, प्रेजिडेंट फैडरेशन ऑफ होटल गैसट हाउस एसोसीएशन अमृतसर। जी सर, जो सरकार वालों छोटे होटलों से मतलब जीएसटी लगाई गई, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਛੋਟੇ ਹੋਟਲਾਂ ਤੇ ਨਹੀਂ ਜੀਐਸਟੀ ਲਾਏਗੀ, ਇੱਕ ਸਧਾਰਨ ਬੰਦੇ ਦੀ ਜੇਬ ਦੇ ਉੱਤੇ ਜੀਐਸਟੀ ਲਾਏਗੀ। ਉਸ ਯਾਤਰੂ ਦੀ ਜੇਬ ਦੇ ਉੱਤੇ ਜੀਐਸਟੀ ਲਗਾਏਗੀ ਹੈ ਜਿਹੜਾ ਕਿ ਘਰੋਂ ਤੁਰਦਾ ਇਹ ਸੋਚ ਕੇ ਕਿ ਮੈਂ ਜਾਵਾਂਗਾ ਸ਼੍ਰੀ ਅੰਮ੍ਰਿਤਸਰ ਸਾਹਿਬ, ਧਾਰਮਿਕ ਸ਼ਹਿਰ ਜਾਵਾਂਗਾ, ਉੱਥੇ ਮੈਂ ਸਰਾਂ ਦੇ ਵਿੱਚ ਉੱਥੇ ਸਟੇ ਕਰਾਂਗਾ ਅਤੇ ਲੰਗਰ ਪਾਣੀ ਛਕਾਂਗਾ ਅਤੇ ਟਿਕਟ ਖਰਚ ਕੇ ਆਪਣੇ ਘਰ ਵਾਪਸ ਆ ਜਾਵਾਂਗਾ। ਉਸ ਬੰਦੇ ਦੇ ਇੱਕ ਪਰਸਨਲ ਉਹਦੇ ਹਿਰਦੇ ਦੇ ਉੱਤੇ ਉਹਦੀਆਂ ਭਾਵਨਾਵਾਂ ਦੇ ਉੱਤੇ ਟੈਕਸ ਲੱਗਾ ਹੈ। ਇਹ ਟੈਕਸ ਜਿਹੜਾ ਕਿ ਸਧਾਰਨ ਨਹੀਂ, ਇਹ ਇੱਕ ਬੜਾ ਨਿੰਦਣਯੋਗ ਟੈਕਸ ਹੈ। ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ ਇਹ ਦੁਬਾਰਾ ਇਹ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਹ ਜੀਐਸਟੀ ਬਹੁਤ ਵੱਡੀ ਗੱਲ ਆ, ਜੋ ਕਿ ਇੱਕ ਲੋਕ ਘਰੋਂ ਤੁਰਦੇ ਸੀ ਵੀ ਆ ਕੇ ਪਰਿਕਰਮਾ 'ਚ ਰਾਤ ਸੌਂ ਜਾਵਾਂਗੇ ਜਾਂ ਅਸੀਂ ਕਿਸੇ ਸਰਾਂ ਦੇ ਵਿੱਚ, ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉੱਥੇ ਆ ਕੇ ਸਰਾਂ 'ਚ ਕਮਰਾ ਲੈ ਲਵਾਂਗਾ। ਜਦੋਂ ਕਮਰਾ ਨਹੀਂ ਮਿਲਦਾ, ਉਹ ਨੇੜੇ ਦੇ ਛੋਟੇ ਜਿਹੇ ਇੱਕ ਗੈਸਟ ਹਾਊਸ ਦੇ ਵਿੱਚ ਆ ਕੇ 500-400 ਰੁਪਏ ਦਾ ਜੇ ਕਮਰਾ ਲੈਂਦਾ, ਉਹਦੇ ਉੱਤੇ ਉਹਨੂੰ ਜੀਐਸਟੀ ਭਰਨਾ ਪਵੇ, ਉਹ ਭਰਨ ਨੂੰ ਤਿਆਰ ਨਹੀਂ ਹੋਏਗਾ। ਹੋਟਲ ਵਾਲੇ ਨੂੰ ਆਪਣੇ ਕੋਲੋਂ ਜੇਬ 'ਚੋਂ ਭਰਨਾ ਪਏਗਾ। ਸੋ ਇਹ ਬੜੀ ਕੰਟਰੋਵਰਸੀਅਲ ਜਿਹਾ ਪੁਆਇੰਟ ਬਣ ਜਾਏਗਾ, ਜਿਹੜਾ ਕਿ ਇਸ ਏਰੀਏ ਦੇ ਵਿੱਚ ਇਹਨਾਂ ਨੂੰ ਦੁਬਾਰਾ ਵਿਚਾਰ ਕਰਨਾ ਚਾਹੀਦਾ। ਇਹ ਇੱਕ ਸਧਾਰਨ ਬੰਦੇ ਦੀ ਲੰਗਰ ਪ੍ਰਸ਼ਾਦੇ ਦੇ ਉੱਤੇ ਟੈਕਸ ਹੈ, ਸਮਝ ਲਓ। ਇਹ ਇੱਕ ਤਰ੍ਹਾਂ ਦਾ ਜਿਹੜੀ ਉਹਦੀ ਆਪਣੀ 10 ਨੌਂ ਦੀ ਕਿਰਤ ਕਰਕੇ ਤੇ ਉਹ ਯਾਤਰਾ ਦੇ ਉੱਤੇ ਆਇਆ, ਇੱਕ ਯਾਤਰੂਆਂ ਦੇ ਉੱਤੇ ਟੈਕਸ ਹੈ। ਇਹ ਜੀਐਸਟੀ ਨੀਗਾ, ਇਹ ਕੁਝ ਹੋਰ ਹੀ ਟੈਕਸ ਦਾ ਨਾਂ ਸਾਨੂੰ ਦੇਣਾ ਪਏਗਾ, ਜਿਹੜਾ ਕਿ ਮੈਂ ਹੀ ਨਹੀਂ ਚਾਹੁੰਦੇ ਅਜੇ ਦੇਈਏ। ਸਾਨੂੰ ਵੀ ਬਹੁਤ ਇਹਦੇ ਉੱਤੇ ਐਪਲੀਕੇਸ਼ਨਾਂ ਲਿਖ ਦਿੱਤੀਆਂ ਸੀ ਵੀ ਇਹ ਅੰਮ੍ਰਿਤਸਰ ਦੇ 12 ਦਰਵਾਜ਼ਿਆਂ ਦੇ ਅੰਦਰ ਇਸ ਨੂੰ ਮਾफ़ ਕੀਤਾ ਜਾਵੇ। ਜਿਸ ਤਰ੍ਹਾਂ ਕਿ ਸ਼੍ਰੋਮਣੀ ਕਮੇਟੀ ਨਾਲ ਹੈ, ਉਹ ਵੀ ਚਾਹੁੰਦੀ ਹੈ ਵੀ ਇਹ ਯਾਤਰੂਆਂ ਤੇ ਸਰਾਵਾਂ ਦੇ ਉੱਤੇ ਟੈਕਸ ਵੀ ਲੱਗ ਜਾਏਗਾ। ਇਸ ਚੀਜ਼ ਨੂੰ ਮਾफ़ ਕਰਨਾ ਚਾਹੀਦਾ, ਬਹੁਤ ਬੜੀ ਜਲਦੀ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਅਫਸਰਸ਼ਾਹੀ ਸਾਡੇ ਦੇ ਉੱਤੇ ਭਾਰੂ ਨਾ ਹੋ ਜਾਵੇ। ਇਸ ਕਰਕੇ ਸਾਡੀ ਬੇਨਤੀ ਹੈ ਕਿ ਬਹੁਤ ਜਲਦੀ ਇਹਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ। ਧੰਨਵਾਦ। ਕਿੰਨਾ ਜੀਐਸਟੀ ਟੈਕਸ ਲੱਗਾ ਹੋਇਆ? देखो जी, 12% जीएसटी टैक्स साढ़े दे उत्ते ला देना, 12-13%, जद कि असी पहले इन्ने टैक्सां दे बोझ थले भरे हुए हैं। असी कारपोरेशन दा कंजरवेंसी टैक्स है, असी पहले ऑलरेडी जिहड़े प्रॉपर्टी टैक्स दे रहे हैं अमृतसर दे लोग। प्रॉपर्टी कंजरवेंसी टैक्स सिर्फ हिंदुस्तान 'च सिर्फ अमृतसर ते कारपोरेशन दा। ਅਸੀਂ ਕਾਰਪੋਰੇਸ਼ਨ ਦੇ ਟੈਕਸਾਂ ਦੇ ਵੀ ਮਸਾਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਅਸੀਂ ਸੰਤਾਪ ਝੱਲਿਆ ਪਿੱਛੇ ਕਰੋਨਾ ਦਾ। ਉਸ ਤੋਂ ਪਹਿਲਾਂ ਅਸੀਂ ਲੋਕ ਉਹ ਲੋਕ ਹਾਂ ਦਰਬਾਰ ਸਾਹਿਬ ਦੇ ਕੋਲ ਹੈ ਜਿਨ੍ਹਾਂ 84 ਦਾ ਸੰਤਾਪ ਝੱਲਿਆ ਸੀ। ਉਹਨਾਂ ਨੇ ਦੁਬਾਰਾ ਛੋਟੇ ਕਾਰੋਬਾਰ ਨਾ ਹੋਣ ਕਰਕੇ ਆਪਣੇ ਛੋਟੇ ਗੈਸਟ ਹਾਊਸ ਘਰਾਂ ਦੇ ਵਿੱਚ ਬਣਾ ਲਏ ਸਨ, ਜਿਹਦੇ ਨਾਲ ਨਤੀਜਾ ਇਹ ਸੀ ਕਿ ਉਹ ਆਪਣੀ ਰੋਟੀ ਰੋਜੀ ਆਪ ਖਾਣ ਲੱਗ ਪਏ ਅਤੇ ਹਜ਼ਾਰਾਂ ਬੰਦਿਆਂ ਨੂੰ ਅੱਗੇ ਰੋਜੀ ਰੋਟੀ ਦਿੱਤੀ ਸੀ। ਇਸ ਰੁਜ਼ਗਾਰ ਸਿਰਫ ਆਪ ਕਮਾਉਣ ਵਾਲਾ ਨਹੀਂ ਗਾ ਧੰਦਾ, ਇਹਦੇ ਵਿੱਚ ਦੇਖੋ ਸਾਡੇ ਦੇ ਡਿਪੈਂਡੇਬਲ ਬਾਹਰੋਂ ਵੇਟਰ ਆਉਂਦੇ ਨੇ, ਉਹ ਵੀ ਖਾਂਦੇ ਨੇ। ਨੇੜੇ ਤੇੜੇ ਧੋਬੀ ਹੈ, ਉਹ ਵੀ ਇਸ ਪਰਿਵਾਰ ਐਸੇ ਦੇ ਉੱਤੇ ਪਲਦਾ ਹੈ। ਨੇੜੇ ਤੇੜੇ ਕੋਈ ਜਨਰਲ ਸਟੋਰ ਹੈ, ਉਹਦਾ ਵੀ ਪਰਿਵਾਰ ਐਸੇ ਉੱਤੇ ਪਲਦਾ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਯਾਤਰੂਆਂ ਦੇ ਉੱਤੇ ਜ਼ੁਲਮ ਹੈ, ਇਹ ਯਾਤਰੂਆਂ ਦੇ ਉੱਤੇ ਟੈਕਸ ਨਹੀਂ, ਇਹ ਇੱਕ ਜਜ਼ੀਆ ਹੈ। ਇਸ ਨੂੰ ਮਾफ़ ਕੀਤਾ ਜਾਣਾ ਚਾਹੀਦਾ ਤਾਂ ਜੋ ਯਾਤਰੂਆਂ ਨੂੰ ਬੜੇ ਖੁਸ਼ੀ ਨਾਲ ਅੰਮ੍ਰਿਤਸਰ ਆਉਣ ਤੇ ਆਪਣਾ ਰਹਿ ਕੇ ਚੱਲ ਜਾਣ। ਉਹਨਾਂ ਦੇ ਉੱਤੇ ਇਹੋ ਜਿਹੇ ਟੈਕਸ ਬਿਲਕੁਲ ਨਹੀਂ ਲੱਗਣੇ ਚਾਹੀਦੇ। ਖਾਸ ਤੌਰ 'ਤੇ ਅੰਮ੍ਰਿਤਸਰ ਦੇ 12 ਦਰਵਾਜ਼ਿਆਂ ਦੇ ਅੰਦਰ ਨੂੰ ਇਸ ਚੀਜ਼ ਤੋਂ ਰਿਲੀਫ ਦੇਣੀ ਚਾਹੀਦੀ ਹੈ। ਟੂਰਿਸਟ 'ਤੇ ਕਿੰਨਾ ਅਸਰ ਪਏਗਾ? ਟੂਰਿਸਟ ਦੇ ਉੱਤੇ ਅਸਰ ਦੇਖੋ ਜੀ, ਇਹ ਤਾਂ ਅਸਰ ਪੈਣਾ ਬਾਅਦ ਦੀ ਗੱਲ ਹੈ। ਪਹਿਲਾਂ ਆ ਜਾਏਗਾ, ਉਸ ਤੋਂ ਬਾਅਦ ਉਹਨੂੰ ਜਦੋਂ ਇਹ ਦੇਣਾ ਪਏਗਾ, ਇਹ ਉਹਦੀ ਅਸਰ ਘੱਟ ਆ, ਉਹਦੀ ਜੇਬ ਦੇ ਉੱਤੇ, ਉਹਦੀ ਕਿਰਤ ਕਮਾਈ ਦੇ ਉੱਤੇ ਇੱਕ ਤਰ੍ਹਾਂ ਦਾ ਅਸਰ ਪਏਗਾ। ਆ ਤੇ ਜਾਏਗਾ, ਉਹਨੂੰ ਪਤਾ ਨਹੀਂ ਹੋਏਗਾ ਵੀ ਮੇਰੇ ਤੇ ਛੋਟੇ ਹੋਟਲਾਂ 'ਤੇ ਵੀ ਲੱਗ ਗਿਆ। ਸਰਕਾਰ ਨੂੰ ਇਹ ਲਿਮਿਟ ਆ ਗਈ ਹੈ ਕਿ ਇੱਕ 500-600 ਰੁਪਏ ਗੈਸਟ ਹਾਊਸ ਦੇ ਉੱਤੇ ਜਿਹੜਾ ਕੋਈ ਲਗਜ਼ਰੀ ਨਹੀਂਗਾ, ਜਿਹੜਾ ਬੰਦਾ ਮਜਬੂਰੀ ਨਾਲ ਰਾਤ ਸਰਦੀ ਜਾਂ ਗਰਮੀ ਨੂੰ ਢੱਕਣ ਵਾਸਤੇ ਆਪਣੇ ਕਮਰਾ ਲੈ ਕੇ ਰਾਤ ਪਰਿਵਾਰ ਨਾਲ ਬੱਚਿਆਂ ਦੇ ਨਾਲ ਆ ਕੇ ਰਿਹਾ, ਉਸ ਦੇ ਉੱਤੇ ਟੈਕਸ ਲਗਾ ਦੇਣਾ ਇਹ ਨਿੰਦਣੀ ਹੈ। ਸੋ ਸਾਡੀ ਬੇਨਤੀ ਇਹੋ ਹੀ ਹੈ ਕਿ ਇਹਦੇ ਉੱਤੇ ਮੁੱਢ ਵਿਚਾਰ ਕੀਤਾ ਜਾਵੇ, ਇਹ ਟੈਕਸ ਨੂੰ ਸਾਡੇ ਤੋਂ ਰਾਹਤ। ਪਹਿਲਾਂ ਰੂਮ ਦਾ ਕੀ ਰੇਟ ਸੀ, ਹੁਣ ਰੂਮ ਦਾ ਕੀ ਰੇਟ ਹੋਊਗਾ? ਰੂਮ ਦਾ ਰੇਟ ਉਹੀ ਰਹੇਗਾ ਜੀ। ਰੂਮ ਦਾ ਰੇਟ ਮਜਬੂਰੀ ਦੇ ਨਾਲ ਹੈ। ਇੱਥੇ ਉਹ ਹੋਟਲ ਗੈਸਟ ਹਾਊਸ ਹਨ ਜਿਹੜੇ ਬੜੇ ਸਸਤੇ ਕਮਰੇ ਮੁਹੱਈਆ ਕਰਾ ਦਿੰਦੇ ਨੇ, 500-700 ਰੁਪਏ ਦੇ ਵਿੱਚ ਆ ਕੇ ਦੇਖਿਆ ਜਾਵੇ ਕਮਰਾ ਸਧਾਰਨ ਤੌਰ 'ਤੇ ਮਿਲ ਜਾਂਦਾ ਇੱਥੇ, ਠੀਕ ਹੈ। ਜਿਹੜਾ ਕਿ ਬਜਟ ਹੋਟਲ ਹੈ ਉਹ 500-600 ਰੁਪਏ ਦੇ ਵਿੱਚ ਕਮਰਾ ਮਿਲ ਜਾਂਦਾ, ਉਹਦੇ ਉੱਤੇ ਟੈਕਸ ਲਾ ਦੇਣਾ। ਜੇ 500 ਕੰਮ ਦੇ 12-5 60 ਰੁਪਏ ਉਹਦੇ ਉੱਤੇ ਟੈਕਸ ਲਗਾ ਦੇਣਾ, ਇਹ ਇੱਕ ਨਿੰਦਣਯੋਗ ਹੈ। ਸਰਕਾਰ ਨੂੰ ਕੀ ਮੰਗ ਕਰਨੀ? ਸਾਡੀ ਇਹੋ ਹੀ ਮੰਗ ਹੈ ਕਿ ਇਹ ਕਮ ਸੇ ਕਮ ਅੰਮ੍ਰਿਤਸਰ ਨੂੰ ਇੱਕ ਯਾਤਰੂਆਂ ਦੀ ਨਗਰੀ ਹੈ, ਗੁਰੂ ਰਾਮਦਾਸ ਸਾਹਿਬ ਦੀ ਨਗਰੀ ਨੂੰ ਇਸ ਟੈਕਸ ਤੋਂ ਮੁਕਤ ਕਰ ਦੇਣਾ ਚਾਹੀਦਾ।
हाँ जी, ਜਿਹੜੀ GST ਲੱਗ ਰਹੀ ਹੈ 1000 ਤੋਂ ਉੱਤੇ ਨਹੀਂ ਲੱਗਣੀ ਚਾਹੀਦੀ ਹੈਗੀ ਹੈ, ਕਿਉਂਕਿ ਇੱਥੇ ਬਹੁਤ ਸਾਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਮਤਲਬ ਕਿ ਇਸ ਰੂਲ ਨੂੰ ਫੋਲੋ ਨਹੀਂ ਕਰ ਸਕਦੇ ਹੈ, ਤੇ ਉਹਨਾਂ ਵਾਸਤੇ ਸਾਰੀ ਸੁਵਿਧਾ ਹੋਣੀ ਬਹੁਤ ਜ਼ਰੂਰੀ ਹੈ, ਤੇ ਅਸੀਂ ਉਹਨਾਂ ਦੇ ਨਾਲ ਹੀ ਸਹਿਮਤ ਹੈਗੇ ਹਾਂ। ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਸਟਾਰ ਦੇ ਵਿੱਚ? ਇੱਥੇ ਸਾਨੂੰ ਅੱਜ ਤੀਸਰੇ ਦਿਨ ਹੋ ਗਏ ਆ। ਤੁਹਾਨੂੰ ਤਾਂ ਕੋਈ GST ਵਗੈਰਾ ਪੇ ਕਰਨੀ? ਨਹੀਂ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ, ਔਰ ਸੋਚਣਾ ਤਾਂ ਸਾਰਿਆਂ ਦੇ ਵਾਸਤੇ ਪੈਂਦਾ ਹੈਗਾ। ਲੇਬਰ ਦੇ ਉੱਤੇ ਕਿੰਨਾ ਕੁ ਅਸਰ ਪਏਗਾ GST ਲੱਗੇਗਾ? ਮੀਡੀਅਮ ਲੋਕਾਂ ਤੇ ਹੀ ਇੰਨਾ ਕਾਫੀ ਅਸਰ ਪੈਂਦਾ ਹੈ, ਤਾਂ ਲੇਬਰ ਲੋਕ ਤੇ ਤਾਂ ਪੈਣਾ ਹੀ ਹੈ ਨਾ ਫਿਰ। ਲੱਗਦਾ ਕਿ ਸਰਾਵਾਂ ਤੇ ਵੀ GST ਲੱਗਣੀ ਚਾਹੀਦੀ ਹੈ? ਲੱਗਣੀ ਚਾਹੀਦੀ ਹੈ, ਲੱਗ ਤਾਂ ਹਰ ਪਾਸੇ ਹੀ ਰਹੀ ਹੈ, ਤੇ ਹੁਣ ਸਰਾਵਾਂ ਵੀ ਉਹਦੇ ਵਿੱਚ ਐਡ ਹੈਗੀਆਂ ਨੇ, ਹੈ ਨਾ। ਵੈਸੇ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ? नहीं तो लगनी चाहिए, ये तो चीज़ गलत है, नहीं लगनी। सरकार वास्ते ਅਸੀਂ यही आखने ਚਾਹਾਂਗੇ कि ਸਾਰਿਆਂ ਨੂੰ ਇੱਕ ਬਰਾਬਰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਛੋਟੇ ਵੱਡੇ ਆ ਸਾਰੇ ਮੀਡੀਅਮ ਕਲਾਸ ਦੇ ਹੈਗੇ ਆ, ਤੇ ਇਹਨਾਂ ਸਾਰਿਆਂ ਵਾਸਤੇ ਸੁਵਿਧਾ ਹੋਣੀ ਚਾਹੀਦੀ ਹੈ।